ਬਾਦਸ਼ਾਹ ਜਹਾਂਗੀਰ ਨੇ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਹੋਇਆ ਸੀ ਤਾਂ ਉਹਨਾਂ ਦਿਨਾਂ ਵਿੱਚ ਬਾਦਸ਼ਾਹ ਜਹਾਂਗੀਰ ਅਤੇ ਗੁਰੂ ਜੀ ਦੇ ਆਪਸੀ ਮੇਲ ਮਿਲਾਪ ਨੂੰ ਵੇਖ ਕੇ ਦੀਵਾਨ ਚੰਦੂ ਲਾਲ ਬਹੁਤ ਜ਼ਿਆਦਾ ਦੁਖੀ ਹੋ ਰਿਹਾ ਸੀ। ਫਿਰ ਚੰਦੂ ਲਾਲ ਨੇ ਗੁਰੂ ਜੀ ਅਤੇ ਬਾਦਸ਼ਾਹ ਦੇ ਮੇਲ ਨੂੰ ਖਤਮ ਕਰਨਾ ਚਾਹਿਆ। ਉਹ ਅਨੇਕਾਂ ਜੁਗਤਾਂ ਬਣਾਉਂਦਾ ਹੋਇਆ ਇੱਕ ਜੋਤਿਸ਼ੀ ਨੂੰ ਮਿਲਿਆ ਤੇ ਉਸਨੇ ਸਾਰੀ ਵਿਥਿਆ ਉਸ ਨੂੰ ਸੁਣਾਈ। ਚੰਦੂ ਲਾਲ ਨੇ ਉਸ ਜੋਤਿਸ਼ੀ ਨੂੰ ਲਾਲਚ ਦੇ ਕੇ ਸਮਝਾਇਆ ਕਿ ਤੂੰ ਬਾਦਸ਼ਾਹ ਨੂੰ ਕਹੀਂ ਕਿ ਤੇਰੇ ਉੱਤੇ ਸ਼ਨੀ ਦੀ 7.5 ਸ਼ੁਰੂ ਹੋਣ ਵਾਲੀ ਹੈ, ਜੋ ਕਿ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਦੇਵੇਗੀ, ਅਤੇ ਬਾਦਸ਼ਾਹ ਨੂੰ 7.5 ਦੂਰ ਕਰਨ ਲਈ ਇਹ ਉਪਾਅ ਦੱਸਣਾ ਕਿ ਕੋਈ ਹਰਗੋਬਿੰਦ ਨਾਮ ਦਾ ਪ੍ਰਸਿੱਧ ਪੁਰਖ ਹੋਵੇ ਜੋ ਖੱਤਰੀ ਜਾਤ ਤੇ ਸੋਢੀ ਕੁਲ ਵਿੱਚੋਂ ਹੋਵੇ। ਉਹ ਮਹਾਂਪੁਰਖ ਤੁਹਾਡੇ ਭਲੇ ਲਈ ਗਵਾਲੀਅਰ ਦੇ ਸਥਾਨ ਤੇ ਬੈਠ ਕੇ 40 ਦਿਨ ਮਾਲਾ ਫੇਰ ਕੇ ਖੁਦਾ ਦਾ ਨਾਮ ਜਪੇ। ਚੰਦੂ ਨੇ ਸੋਚਿਆ, ਜੇ ਇਸ ਤਰ੍ਹਾਂ ਹੋ ਜਾਵੇ ਤਾਂ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਦਾ ਲਈ ਕੈਦ ਕਰਵਾ ਦੇਵਾਂਗਾ। ਉਸ ਦੇ ਪਿਤਾ ਵਾਂਗ ਹੀ ਮੈਂ ਇਸ ਦਾ ਵੀ ਨਾਸ਼ ਕਰਵਾ ਦਿਆਂਗਾ। ਜੋਤਿਸ਼ੀ ਨੇ ਆਪਣੀ ਚਤੁਰਾਈ ਨਾਲ ਇਸ ਤਰ੍ਹਾਂ ਕਰਨ ਬਾਰੇ ਜਦੋਂ ਜਹਾਂਗੀਰ ਨੂੰ ਕਿਹਾ ਤਾਂ ਕੋਲ ਬੈਠੇ ਚੰਦੂ ਅਤੇ ਹੋਰ ਵਜ਼ੀਰਾਂ ਨੇ ਇਸ ਗੱਲ ਨੂੰ ਹੁੰਗਾਰਾ ਦਿੱਤਾ ਤੇ ਬਾਦਸ਼ਾਹ ਨੂੰ ਕਿਹਾ ਕਿ ਜੋਤਿਸ਼ੀ ਬਹੁਤ ਗਿਆਨਵਾਨ ਹੈ, ਇਹ ਠੀਕ ਕਹਿ ਰਿਹਾ ਹੈ। ਬਾਦਸ਼ਾਹ ਇਹ ਸਾਰਾ ਕੁਝ ਸੁਣ ਕੇ ਕਾਫੀ ਡਰ ਗਿਆ ਤੇ ਉਸਨੇ ਆਦੇਸ਼ ਕੀਤਾ ਕਿ ਛੇਤੀ ਤੋਂ ਛੇਤੀ ਇਸ ਤਰ੍ਹਾਂ ਦੇ ਮਹਾਂਪੁਰਖ ਦੀ ਖੋਜ ਕੀਤੀ ਜਾਵੇ। ਤਦ ਚੰਦੂ ਲਾਲ ਨੇ ਮੌਕਾ ਸੰਭਾਲਦਿਆਂ ਬਾਦਸ਼ਾਹ ਨੂੰ ਕਿਹਾ ਕਿ ਅਜਿਹਾ ਮਹਾਂਪੁਰਖ ਤਾਂ ਤੁਹਾਡੇ ਕੋਲ ਹੀ ਹੈ, ਜਿਸ ਨੇ ਸ਼ੇਰ ਨੂੰ ਮਾਰਿਆ ਸੀ ਤੇ ਉਸ ਦੀ ਸੋਢੀ ਕੁਲ ਤੇ ਜਾਤ ਖੱਤਰੀ ਹੈ। ਉਸ ਦਾ ਨਾਮ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਹੈ, ਜੋ ਪ੍ਰਸਿੱਧ ਹੈ। ਤਦ ਬਾਦਸ਼ਾਹ ਨੇ ਕਿਹਾ ਕਿ ਉਹ ਕਿਵੇਂ ਸਾਡੇ ਲਈ ਮੰਨ ਜਾਣਗੇ, ਉਹ ਤਾਂ ਮਹਾਨ ਗੁਰਗੱਦੀ ਤੇ ਬਿਰਾਜਮਾਨ ਹਨ। ਤਾਂ ਚਾਲ ਬਾਅਦ ਚੰਦੂ ਨੇ ਕਿਹਾ ਕਿ ਬਿਨਾਂ ਕਿਸੇ ਸ਼ੰਕਾ ਦੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਣ ਦੀ ਵਿਚਾਰ ਕਰੋ ਤੇ ਹੋਰ ਕੋਈ ਗਿਣਤੀ ਮਨ ਵਿੱਚ ਨਾ ਵਿਚਾਰੋ। ਵਜ਼ੀਰਾਂ ਨੇ ਵੀ ਪ੍ਰਸ਼ੰਸਾ ਕੀਤੀ ਕਿ ਜੋਤਿਸ਼ੀ ਬਹੁਤ ਹੀ ਵੱਡਾ ਜੋਤਿਸ਼ ਵਿਦਿਆ ਦਾ ਜਾਣਕਾਰ ਹੈ। ਇਸਨੇ ਪੂਰੀ ਪਰਖ ਕਰਕੇ ਪ੍ਰਸਿੱਧ ਪੁਰਖ ਦਾ ਨਾਂ ਦੱਸਿਆ ਹੈ। ਜੇਕਰ ਗੁਰੂ ਹਰਗੋਬਿੰਦ ਸਾਹਿਬ ਜੀ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਆਪ ਜੀ ਲਈ ਜਾਪ ਕਰਨਗੇ ਤਾਂ ਆਪ ਦੇ ਸਾਰੇ ਕਸ਼ਟ ਮਿਟ ਜਾਣਗੇ। ਇਸ ਤਰ੍ਹਾਂ ਵਜ਼ੀਰਾਂ ਤੋਂ ਚੰਦੂ ਨੇ ਬਾਦਸ਼ਾਹ ਨੂੰ ਭਰਮਾ ਲਿਆ। ਮੌਤ ਦੀ ਚਿੰਤਾ ਤੋਂ ਡਰ ਕੇ ਬਾਦਸ਼ਾਹ ਜਹਾਂਗੀਰ ਗੁਰੂ ਸਾਹਿਬ ਜੀ ਕੋਲ ਚਲਾ ਗਿਆ। ਗੁਰੂ ਜੀ ਨੇ ਬਾਦਸ਼ਾਹ ਦਾ ਪਰੇਸ਼ਾਨ ਚਿਹਰਾ ਵੇਖ ਕੇ ਉਸ ਕੋਲੋਂ ਪਰੇਸ਼ਾਨੀ ਦਾ ਕਾਰਨ ਪੁੱਛਿਆ। ਬਾਦਸ਼ਾਹ ਨੇ ਆਉਣ ਵਾਲੀ 7.5 ਬਾਰੇ ਦੱਸਿਆ ਅਤੇ ਕਿਹਾ ਕਿ ਉਸ ਦਾ ਉਪਾਏ ਤੁਹਾਡੇ ਕੋਲ ਹੈ। ਤੁਸੀਂ ਮੇਰੇ ਭਲੇ ਲਈ ਗਵਾਲੀਅਰ ਦੇ ਕਿਲੇ ਵਿੱਚ ਬੈਠ ਕੇ 40 ਦਿਨ ਖੁਦਾ ਦਾ ਨਾਮ ਸਿਮਰਨ ਕਰੋ। ਗੁਰੂ ਸਾਹਿਬ ਸਭ ਕੁਝ ਜਾਣ ਗਏ ਕਿ ਇਹ ਚੰਦੂ ਦੀ ਚਾਲ ਹੈ। ਗੁਰੂ ਜੀ ਨੇ ਸੋਚਿਆ, ਜੇ ਬਾਦਸ਼ਾਹ ਨੂੰ ਜਵਾਬ ਦਿੱਤਾ ਤਾਂ ਵਿਗਾੜ ਪੈਦਾ ਹੋ ਜਾਵੇਗਾ ਤੇ ਬਾਦਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਅਸਲ ਤੱਥ ਨੂੰ ਜਾਣ ਨਹੀਂ ਸਕੇਗਾ। ਗੁਰੂ ਜੀ ਨੇ ਸੋਚ ਵਿਚਾਰ ਕੇ ਬਾਦਸ਼ਾਹ ਦਾ ਕਹਿਣਾ ਸਵੀਕਾਰ ਕਰ ਲਿਆ। ਬਾਦਸ਼ਾਹ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਉਸਨੇ ਛੇਤੀ ਹੀ ਇੱਕ ਆਗਿਆ ਪੱਤਰ ਲਿਖਵਾ ਕੇ ਗਵਾਲੀਅਰ ਦੇ ਕਿਲੇਦਾਰ ਕੋਲ ਭੇਜ ਦਿੱਤਾ। ਬਾਦਸ਼ਾਹ ਨੇ ਗੁਰੂ ਸਾਹਿਬ ਜੀ ਦੀ ਹਰ ਤਰ੍ਹਾਂ ਦੀ ਸੇਵਾ ਸੰਭਾਲ ਕਰਨ ਲਈ ਹੁਕਮ ਦੇ ਦਿੱਤਾ। ਗੁਰੂ ਜੀ ਨੇ ਸਿੱਖਾਂ ਨੂੰ ਪਿੱਛੇ ਨਿਗਰਾਨੀ ਰੱਖਣ ਲਈ ਕਿਹਾ ਅਤੇ ਆਪ 5 ਸਿੱਖ ਨਾਲ ਲੈ ਕੇ ਗਵਾਲੀਅਰ ਚਲੇ ਗਏ। ਗਵਾਲੀਅਰ ਕਿਲੇ ਦਾ ਕਿਲੇਦਾਰ ਹਰੀਦਾਸ ਗੁਰੂ ਜੀ ਦੇ ਦਰਸ਼ਨਾਂ ਲਈ ਬੜਾ ਉਤਾਵਲਾ ਸੀ। ਉਸਨੇ ਗੁਰੂ ਜੀ ਨੂੰ ਆਦਰ ਸਹਿਤ ਬੜੇ ਸ੍ਰੇਸ਼ਟ ਥਾਂ 'ਤੇ ਨਿਵਾਜਿਆ। ਗੁਰੂ ਜੀ ਵੀ ਉਸਦੀ ਸਰਧਾ ਤੋਂ ਖੁਸ਼ ਹੋਏ। ਕਿਲੇ ਦੇ ਅੰਦਰ ਵੱਡੇ ਵੱਡੇ ਰਾਜੇ ਕੈਦ ਦੀ ਸਜ਼ਾ ਕੱਟ ਰਹੇ ਸਨ। ਉਹਨਾਂ ਨੇ ਗੁਰੂ ਜੀ ਦੇ ਦਰਸ਼ਨ ਕਰਕੇ ਸੁੱਖ ਪ੍ਰਾਪਤ ਕੀਤਾ। ਕਿਲੇ ਅੰਦਰ ਰਾਜਿਆਂ ਦਾ ਰਹਿਣ ਸਹਿਣ ਬਹੁਤ ਹੀ ਮਾੜਾ ਸੀ ਅਤੇ ਨਾ ਹੀ ਉਹਨਾਂ ਨੂੰ ਰਿਹਾ ਹੋਣ ਦੀ ਕੋਈ ਉਮੀਦ ਸੀ।
ਗੁਰੂ ਜੀ ਦੇ ਆਉਣ ਨਾਲ ਉਹਨਾਂ ਦੀ ਲੰਗਰ ਪਾਣੀ ਵੱਲੋਂ ਵਧੀਆ ਸੇਵਾ ਹੋਣ ਲੱਗੀ। ਕੁਝ ਦਿਨਾਂ ਬਾਅਦ ਗੁਰੂ ਜੀ ਨੇ ਭਾਈ ਜੇਠਾ ਜੀ ਤੇ ਭਾਈ ਪ੍ਰਾਨਾ ਜੀ ਨੂੰ ਫਰਮਾਇਆ ਕਿ ਤੁਸੀਂ ਬਾਹਰ ਜਾ ਕੇ ਹੱਥੀਂ ਕਿਰਤ ਕਰਕੇ ਰਾਸ਼ਨ ਲੈ ਕੇ ਆਓ। ਅਸੀਂ ਕਿਰਤ ਦੁਆਰਾ ਤਿਆਰ ਕੀਤਾ ਲੰਗਰ ਛਕਾਂਗੇ। ਸਿੱਖ ਹੁਕਮ ਮੰਨ ਕੇ ਬਾਹਰ ਜਾ ਕੇ ਇੱਕ ਭਾਂਡੇ ਕੱਢਣ ਵਾਲੇ ਠਠੇਰੇ ਕੋਲ ਮਜ਼ਦੂਰੀ ਕਰਨ ਲੱਗੇ। ਉਹ ਆਪਣੀ ਕੀਤੀ ਕਮਾਈ ਨਾਲ ਬਾਜ਼ਾਰ ਵਿੱਚੋਂ ਰਸਦ ਲੈ ਕੇ ਲੰਗਰ ਤਿਆਰ ਕਰਦੇ ਤੇ ਗੁਰੂ ਜੀ ਉਸੇ ਕਿਰਤ ਦਾ ਲੰਗਰ ਛਕਦੇ। ਚੰਦੂ ਲਾਲ ਆਪਣੀ ਚਾਲ ਨਾਲ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਵਾ ਕੇ ਖੁਸ਼ ਹੋ ਗਿਆ ਤੇ ਸੋਚਣ ਲੱਗਾ ਕਿ ਉਸ ਲਈ ਹੁਣ ਗੁਰੂ ਜੀ ਨੂੰ ਖਤਮ ਕਰਨਾ ਆਸਾਨ ਹੋ ਜਾਵੇਗਾ। ਉਸਨੇ ਆਪਣੇ ਇੱਕ ਬੰਦੇ ਰਾਹੀਂ ਜੇਲ੍ਹ 'ਚ ਕਿਲੇਦਾਰ ਹਰੀਦਾਸ ਨੂੰ ਇੱਕ ਪੱਤਰ ਭੇਜਿਆ, ਜਿਸ 'ਚ ਲਿਖਿਆ ਸੀ ਕਿ ਜੇਲ੍ਹ 'ਚ ਤੁਹਾਡੇ ਕੋਲ ਮੇਰਾ ਵੱਡਾ ਦੁਸ਼ਮਣ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚ ਗਿਆ ਹੈ, ਜਿਸ ਨੂੰ ਤੁਸੀਂ ਜ਼ਹਿਰੀਲੀ ਪੋਸ਼ਾਕ ਪਹਿਨਾ ਕੇ ਖਤਮ ਕਰਵਾ ਦੇਣਾ। ਫਿਰ ਮੈਂ ਤੁਹਾਡਾ ਬਾਸਾਂ ਪਾਸੋਂ ਮਾਣ ਸਤਿਕਾਰ ਕਰਾਵਾਂਗਾ ਤੇ ਤੁਹਾਨੂੰ ਆਪਣਾ ਮਿੱਤਰ ਬਣਾ ਲਵਾਂਗਾ। ਚੰਦੂ ਲਾਲ ਦਾ ਆਦਮੀ ਜਦੋਂ ਪੱਤਰ ਅਤੇ ਜ਼ਹਿਰੀਲੀ ਪੋਸ਼ਾਕ ਲੈ ਕੇ ਕਿਲੇਦਾਰ ਹਰੀਦਾਸ ਕੋਲ ਗਿਆ ਤਾਂ ਕਿਲੇਦਾਰ ਨੇ ਗੁਰੂ ਸਾਹਿਬ ਜੀ ਨੂੰ ਦੱਸ ਦਿੱਤਾ ਕਿ ਤੁਹਾਨੂੰ ਇੱਥੇ ਭੇਜਣ 'ਚ ਸਾਰਾ ਫਰੇਬ ਚੰਦੂ ਨੇ ਰਚਿਆ ਹੈ। ਸਿਮਰਨ ਕਰਨ ਵਾਲੀ ਕੋਈ ਗੱਲ ਨਹੀਂ ਹੈ। ਉਸਨੇ ਤੁਹਾਨੂੰ ਖਤਮ ਕਰਨ ਬਾਰੇ ਯੋਜਨਾ ਬਣਾਈ ਹੈ ਅਤੇ ਮੈਂ ਉਸ ਦਾ ਕਹਿਣਾ ਕਿਸੇ ਤਰ੍ਹਾਂ ਵੀ ਨਹੀਂ ਮੰਨਾਂਗਾ। ਕਿਲੇਦਾਰ ਨੇ ਚੰਦੂ ਦਾ ਹੁਕਮ ਮੰਨਣ ਤੋਂ ਨਾ ਕਰ ਦਿੱਤੀ ਤਾਂ ਚੰਦੂ ਨੇ ਬੜਾ ਦੁੱਖ ਮਹਿਸੂਸ ਕੀਤਾ। ਚੰਦੂ ਨੇ ਫਿਰ ਬਾਦਸ਼ਾਹ ਦੇ ਵਜ਼ੀਰਾਂ ਨੂੰ ਧਨ ਦੇ ਕੇ ਸਿਖਾ ਦਿੱਤਾ ਕਿ ਉਹ ਬਾਦਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਯਾਦ ਹੀ ਨਾ ਕਰਾਉਣ ਕਿ ਉਹਨਾਂ ਨੂੰ 40 ਦਿਨਾਂ ਬਾਅਦ ਕਿਲੇ 'ਚੋਂ ਬਾਹਰ ਕੱਢਣਾ ਹੈ। ਵਜ਼ੀਰਾਂ ਨੇ ਉਸੇ ਤਰ੍ਹਾਂ ਹੀ ਕੀਤਾ ਤੇ ਸਗੋਂ ਬਾਦਸ਼ਾਹ ਨੂੰ ਇਹ ਕਹਿੰਦੇ ਰਹੇ ਕਿ ਗੁਰੂ ਜੀ ਆਨੰਦ ਵਿੱਚ ਹਨ ਅਤੇ ਤੁਹਾਡੀ ਭਲਾਈ ਗੁਰੂ ਸਾਹਿਬ ਜੀ ਦੇ ਕਿਲੇ 'ਚ ਰਹਿਣ ਨਾਲ ਹੀ ਹੈ, ਕਿਉਂਕਿ ਜਿੰਨਾ ਚਿਰ ਗੁਰੂ ਜੀ ਤੁਹਾਡੇ ਲਈ ਸਿਮਰਨ ਕਰਦੇ ਰਹਿਣਗੇ ਉਨਾ ਚਿਰ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਨਹੀਂ ਹੋਵੇਗੀ। ਉੱਧਰ ਦੂਜੇ ਪਾਸੇ ਗੁਰੂ ਜੀ ਨਾਲ ਆਏ ਹੋਏ 5 ਸਿੱਖਾਂ ਨੇ ਸਲਾਹ ਕੀਤੀ ਕਿ ਵਜ਼ੀਰਾਂ ਨੇ ਬਾਦਸ਼ਾਹ ਦੀ ਬੁੱਧੀ ਫੇਰ ਦਿੱਤੀ ਹੈ ਅਤੇ ਚੰਦੂ ਨੇ ਆਪਣਾ ਕਾਰਜ ਪੂਰਾ ਕਰ ਲੈਣਾ ਹੈ। ਇਹ ਗੱਲ ਗੁਰੂ ਅਰਜਨ ਦੇਵ ਵਾਂਗ ਹੀ ਹੋ ਰਹੀ ਹੈ। ਭਾਈ ਜੇਠਾ ਜੀ ਤੇ ਭਾਈ ਪ੍ਰਾਨਾ ਜੀ ਨੇ ਸਾਰਿਆਂ ਨਾਲ ਵਿਚਾਰਾਂ ਕੀਤੀਆਂ ਕਿ ਗੁਰੂ ਜੀ ਨੂੰ ਬਾਹਰ ਲਿਆਉਣ ਵਾਸਤੇ ਕੋਈ ਉਪਾਅ ਕਰਨਾ ਚਾਹੀਦਾ ਹੈ। ਫਿਰ ਉੱਥੇ ਬਾਬਾ ਬੁੱਢਾ ਜੀ ਪਹੁੰਚ ਗਏ। ਉਹਨਾਂ ਪਾਸੋਂ ਅੰਮ੍ਰਿਤਸਰ ਨਗਰ ਦੀ ਖਬਰਸਾਰ ਪੁੱਛੀ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਸਾਡੇ ਕੋਲ ਗੁਰੂ ਜੀ ਬਾਰੇ ਖਬਰ ਪ੍ਰਾਪਤ ਹੋਈ ਕਿ ਉਹ ਗਵਾਲੀਅਰ ਦੇ ਕਿਲੇ 'ਚ ਜਾ ਬਰਾਜੇ ਹਨ, ਇਸ ਕਰਕੇ ਮਾਤਾ ਗੰਗਾ ਜੀ ਬੜੀ ਪਰੇਸ਼ਾਨੀ ਵਿੱਚ ਹਨ। ਉਹਨਾਂ ਨੇ ਸਾਨੂੰ ਗੁਰੂ ਸਾਹਿਬ ਜੀ ਦੇ ਰਿਹਾਅ ਕਰਾਉਣ ਦੇ ਕਾਰਜ ਲਈ ਇੱਥੇ ਭੇਜਿਆ ਹੈ। ਉਸ ਤੋਂ ਬਾਅਦ ਬਾਬਾ ਬੁੱਢਾ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਹੋਏ ਗੁਰੂ ਸਾਹਿਬ ਜੀ ਕੋਲ ਪਹੁੰਚ ਗਏ। ਗੁਰੂ ਸਾਹਿਬ ਜੀ ਨੇ ਉਹਨਾਂ ਪਾਸੋਂ ਮਾਤਾ ਜੀ ਅਤੇ ਸਮੂਹ ਸੰਗਤ ਦੀ ਖਬਰਸਾਰ ਪੁੱਛੀ ਤਾਂ ਬਾਬਾ ਬੁੱਢਾ ਜੀ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਸਭ ਕੁਝ ਸੁੱਖ ਸਾਂਦ ਹੈ ਅਤੇ ਸੰਗਤਾਂ ਵੱਲੋਂ ਠੀਕ ਸੇਵਾ ਕੀਤੀ ਜਾ ਰਹੀ ਹੈ। ਮਾਤਾ ਜੀ ਤੁਹਾਡਾ ਕਿਲੇ ਵਿੱਚ ਪ੍ਰਵੇਸ਼ ਕਰਨ ਬਾਰੇ ਸੁਣ ਕੇ ਬਹੁਤ ਹੀ ਚਿੰਤਾ ਵਿੱਚ ਹਨ। ਉਹ ਤੁਹਾਨੂੰ ਜਲਦ ਹੀ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਣਾ ਚਾਹੁੰਦੇ ਹਨ। ਮੈਂ ਉਹਨਾਂ ਦੇ ਕਹਿਣ 'ਤੇ ਹੀ ਤੁਹਾਡੇ ਕੋਲ ਆਇਆ ਹਾਂ। ਗੁਰੂ ਸਾਹਿਬ ਨੇ ਕਿਹਾ ਕਿ ਮਾਤਾ ਜੀ ਕੋਲ ਸਾਡੀ ਅਤੇ ਸਿੱਖ ਸੰਗਤਾਂ ਦੀ ਕੁਸ਼ਲਤਾ ਦੀ ਖਬਰ ਲਿਖ ਕੇ ਭੇਜ ਦਿਓ ਅਤੇ ਕਹੋ ਕਿ ਅਸੀਂ ਛੇਤੀ ਹੀ ਮੁੜ ਪਾਵਾਂਗੇ। ਉੱਧਰ ਚੰਦੂ ਲਾਲ ਨੇ ਛਲ ਕਪਟ ਦੁਆਰਾ ਬਾਦਸ਼ਾਹ ਨੂੰ ਦਿੱਲੀ ਜਾਣ ਲਈ ਪ੍ਰੇਰਿਆ। ਚੰਦੂ ਦਾ ਮਨੋਰਥ ਸੀ ਕਿ ਬਾਦਸ਼ਾਹ ਗੁਰੂ ਜੀ ਤੋਂ ਦੂਰ ਰਹੇਗਾ ਤਾਂ ਉਹਨਾਂ ਨੂੰ ਭੁੱਲ ਜਾਵੇਗਾ। ਬਾਦਸ਼ਾਹ ਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਣ ਤੋਂ ਬਾਅਦ ਭੁਲਾ ਦਿੱਤਾ। ਇੱਕ ਰਾਤ ਬਾਦਸ਼ਾਹ ਨੂੰ
ਭਿਆਨਕ ਸੁਪਨਾ ਆਇਆ ਤੇ ਜਿਸ ਵਿੱਚ ਉਸ ਨੂੰ ਸ਼ੇਰ ਵਿਖਾਈ ਦਿੱਤੇ। ਬਾਦਸ਼ਾਹ ਬਹੁਤ ਡਰ ਗਿਆ। ਉਸੇ ਸਮੇਂ ਬਾਦਸ਼ਾਹ ਨੇ ਗੁਰੂ ਜੀ ਨੂੰ ਯਾਦ ਕੀਤਾ ਤੇ ਉਸ ਦਾ ਡਰ ਹਟ ਗਿਆ। ਸਵੇਰ ਹੋਣ ਤੇ ਜਦੋਂ ਉਸਨੇ ਵਜ਼ੀਰਾਂ ਨੂੰ ਭਿਆਨਕ ਸੁਪਨੇ ਬਾਰੇ ਦੱਸਿਆ ਤਾਂ ਵਜ਼ੀਰਾਂ ਨੇ ਕਿਹਾ ਕਿ ਇਹ ਇੱਕ ਮਾਤਰ ਸੁਪਨਾ ਸੀ, ਫਿਕਰ ਨਾ ਕਰੋ। ਆਪਣੀ ਭਲਾਈ ਲਈ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਹੀ ਸਿਮਰਨ ਕਰਨ ਦਿਓ। ਜਹਾਂਗੀਰ ਵਜ਼ੀਰਾਂ ਅਤੇ ਜੋਤਿਸ਼ਾਂ ਦੀ ਕੋਈ ਚਲਾਕੀ ਨਾ ਸਮਝ ਸਕਿਆ। ਅਗਲੀ ਰਾਤ ਫਿਰ ਬਾਦਸ਼ਾਹ ਨੂੰ ਸੁੱਤੇ ਪਏ ਨੂੰ ਸ਼ੇਰ ਵਿਖਾਈ ਦਿੱਤੇ। ਅਗਲੇ ਦਿਨ ਬਾਦਸ਼ਾਹ ਨੇ ਸਿਆਣੇ ਲੋਕ ਬੁਲਾਏ ਤੇ ਦੱਸਿਆ ਕਿ ਅੱਜ ਵੀ ਸੁਪਨੇ ਵਿੱਚ ਭਿਆਨਕ ਸ਼ੇਰ ਆਏ ਸਨ। ਗੁਰੂ ਜੀ ਨੂੰ ਯਾਦ ਕੀਤਾ ਤਾਂ ਗੁਰੂ ਸਾਹਿਬ ਜੀ ਨੇ ਮੈਨੂੰ ਬਚਾ ਲਿਆ। ਬਾਦਸ਼ਾਹ ਨੇ ਪੀਰ ਜਲਾਲ ਦੀਨ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਪੀਰ ਜੀ ਨੇ ਕਿਹਾ ਕਿ ਤੁਸੀਂ ਕਿਸੇ ਰੱਬ ਦੇ ਪਿਆਰੇ ਨੂੰ ਦੁੱਖ ਦਿੱਤਾ ਹੈ, ਜਿਸ ਦਾ ਫਲ ਤੈਨੂੰ ਇਹ ਮਿਲ ਰਿਹਾ ਹੈ। ਉਸ ਉਪਰੰਤ ਮੀਆਂ ਮੀਰ ਜੀ ਨੇ ਵੀ ਦਿੱਲੀ ਜਾ ਕੇ ਬਾਦਸ਼ਾਹ ਨੂੰ ਉਸਦੇ ਇਸ ਰੋਗ ਦਾ ਇਹ ਕਾਰਨ ਦੱਸਿਆ। ਮੀਆਂ ਮੀਰ ਜੀ ਨੇ ਵੀ ਚੰਦੂ ਦੀ ਉਹ ਸਾਰੀ ਗੱਲ ਸੁਣਾਈ ਜਿਸ ਕਰਕੇ ਅਤੇ ਜਿਸ ਤਰ੍ਹਾਂ ਉਸਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਅਤੇ ਉਹਨਾਂ ਦੇ ਸੁਪੁੱਤਰ ਨੂੰ ਵੀ ਹੁਣ ਫਿਰ ਚੰਦੂ ਦੇ ਆਖੇ ਲੱਗ ਕੇ ਹੀ ਕੈਦ ਕੀਤਾ ਹੋਇਆ ਹੈ। ਇਹ ਸਭ ਦਾ ਤੇਰੇ ਸਿਰ ਤੇ ਪਾਪ ਲੱਗਾ ਹੈ। ਪੀਰ ਮੀਆਂ ਮੀਰ ਜੀ ਕੋਲੋਂ ਇਹ ਜ਼ੁਲਮ ਹੋਇਆ ਸੁਣ ਕੇ ਬਾਦਸ਼ਾਹ ਦਾ ਮਨ ਡਗਮਗਾ ਗਿਆ। ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਭਾਈ ਜੇਠਾ ਜੀ ਆਪਣੀ ਸਿੱਧੀਆਂ ਦੇ ਬਲ ਕਰਕੇ ਰਾਤ ਨੂੰ ਸ਼ੇਰ ਬਣ ਕੇ ਬਾਦਸ਼ਾਹ ਨੂੰ ਡਰਾਉਂਦਾ ਹੁੰਦਾ ਸੀ, ਪਰ ਜਦੋਂ ਇਸ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਭਾਈ ਜੇਠੇ ਜੀ ਨੂੰ ਇਸ ਕੰਮ ਕਰਨ ਤੋਂ ਮਨਾ ਕਰ ਦਿੱਤਾ। ਜਦੋਂ ਮੀਆਂ ਮੀਰ ਜੀ ਨੇ ਬਾਦਸ਼ਾਹ ਨੂੰ ਇਸ ਤਰ੍ਹਾਂ ਸਮਝਾਇਆ ਤਾਂ ਉਸਨੇ ਵਜ਼ੀਰ ਖਾਨ ਨੂੰ ਗਵਾਲੀਅਰ ਤੋਂ ਗੁਰੂ ਜੀ ਨੂੰ ਲਿਆਉਣ ਵਾਸਤੇ ਭੇਜਿਆ। ਉਸ ਤੋਂ ਬਾਅਦ ਵਜ਼ੀਰ ਖਾਨ ਨੇ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਜੀ ਕੋਲ ਪਹੁੰਚ ਕੇ ਨਮਸਕਾਰ ਕੀਤੀ ਤੇ ਕਿਹਾ ਕਿ ਮੈਨੂੰ ਬਾਦਸ਼ਾਹ ਨੇ ਤੁਹਾਡੇ ਕੋਲ ਭੇਜਿਆ ਹੈ। ਉਸ ਨੂੰ ਆਪ ਜੀ ਦੀ ਮਹਾਨ ਉਪਮਾ ਦਾ ਅਹਿਸਾਸ ਹੋ ਗਿਆ ਹੈ, ਸੋ ਆਪ ਜੀ ਦਿੱਲੀ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ। ਇਹ ਸੁਣ ਕੇ ਗੁਰੂ ਜੀ ਨੇ ਆਖਿਆ ਕਿ ਸਾਡੇ ਦਿੱਲੀ ਜਾਣ ਵਿੱਚ ਇੱਕ ਵੱਡੀ ਰੁਕਾਵਟ ਪੈ ਗਈ ਹੈ। ਸਾਡੇ ਕਿਲੇ ਵਿੱਚ ਦਾਖਲ ਹੋਣ ਨਾਲ ਕੈਦੀਆਂ ਨੂੰ ਵੱਡਾ ਸੁੱਖ ਪ੍ਰਾਪਤ ਹੋਇਆ ਹੈ। ਇੱਥੋਂ ਦੇ ਕੈਦੀ ਰਾਜਿਆਂ ਨੇ ਸਾਡੀ ਸ਼ਰਨ ਗ੍ਰਹਿਣ ਕਰਕੇ ਬੇਨਤੀ ਕੀਤੀ ਹੈ ਕਿ ਸਾਨੂੰ ਪਿੱਛੇ ਛੱਡ ਕੇ ਨਾ ਜਾਣਾ। ਸੋ ਜੇਕਰ ਬਾਦਸ਼ਾਹ ਇਹਨਾਂ ਨੂੰ ਰਿਹਾ ਕਰਨਾ ਮੰਨ ਲਵੇਗਾ ਤਾਂ ਹੀ ਅਸੀਂ ਦਿੱਲੀ ਜਾਵਾਂਗੇ। ਸਾਡੇ ਵੱਲੋਂ ਰਿਹਾਈ ਦੀ ਵਾਰਤਾ ਬਾਦਸ਼ਾਹ ਨੂੰ ਦੱਸ ਦਿਓ। ਗੁਰੂ ਜੀ ਦਾ ਇਹ ਪ੍ਰਣ ਸੁਣ ਕੇ ਵਜ਼ੀਰ ਖਾਨ ਨੇ ਬਾਦਸ਼ਾਹ ਨੂੰ ਦੱਸਿਆ ਕਿ ਸਾਰੇ ਕੈਦੀ ਰਾਜੇ ਸ਼ਰਧਾ ਧਾਰਨ ਕਰਕੇ ਗੁਰੂ ਜੀ ਦੀ ਸ਼ਰਨ ਵਿੱਚ ਪੈ ਗਏ ਹਨ। ਜੇਕਰ ਸਾਰੇ ਕੈਦੀ ਗੁਰੂ ਜੀ ਦੇ ਨਾਲ ਛੱਡੇ ਜਾਣਗੇ ਤਾਂ ਹੀ ਗੁਰੂ ਜੀ ਕਿਲੇ ਵਿੱਚੋਂ ਬਾਹਰ ਆਉਣਗੇ। ਵਜ਼ੀਰ ਖਾਨ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਸੋਚੀ ਪੈ ਗਿਆ ਕਿ ਮੈਂ ਬੜਾ ਧਨ ਲਗਾ ਕੇ ਤੇ ਬੜੇ ਯਤਨਾਂ ਤੇ ਸ਼ਕਤੀ ਨਾਲ ਇਹਨਾਂ ਰਾਜਿਆਂ ਨੂੰ ਕੈਦ ਕੀਤਾ ਸੀ। ਇਹ ਤਾਂ ਸਜ਼ਾ ਦੇਣ ਦੇ ਯੋਗ ਸਨ, ਇਹਨਾਂ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ। ਇਹ ਸੁਣ ਕੇ ਵਜ਼ੀਰ ਖਾਨ ਨੇ ਕਿਹਾ ਕਿ ਹਜੂਰ, ਸਾਰੇ ਸੁੱਖ ਸਰੀਰ ਨਾਲ ਹੀ ਹੁੰਦੇ ਹਨ। ਇਸ ਸਰੀਰ ਦੇ ਬਰਾਬਰ ਹੋਰ ਕੋਈ ਵਸਤੂ ਨਹੀਂ। ਇਸ ਲਈ ਤੁਹਾਨੂੰ ਆਪਣੇ ਸਰੀਰ ਦੀ ਸੁੱਖ ਵਾਸਤੇ ਗੁਰੂ ਜੀ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਜਹਾਂਗੀਰ ਬਾਦਸ਼ਾਹ ਨੇ ਸੋਚ ਵਿਚਾਰ ਕੇ ਫਿਰ ਵਜ਼ੀਰ ਖਾਨ ਨੂੰ ਗੁਰੂ ਸਾਹਿਬ ਜੀ ਕੋਲ ਭੇਜ ਦਿੱਤਾ ਤੇ ਕਿਹਾ ਕਿ ਜਿੰਨੇ ਕੈਦੀ ਰਾਜੇ ਗੁਰੂ ਜੀ ਦਾ ਪੱਲਾ ਫੜ ਲੈਂਦੇ ਹਨ ਉਹ ਕਿਲੇ ਚੋਂ ਬਾਹਰ ਆ ਜਾਣ। ਵਜ਼ੀਰ ਖਾਨ ਨੇ ਆਦਰ ਸਹਿਤ ਜਾ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਕਿਹਾ ਕਿ ਜਿੰਨੇ ਰਾਜੇ ਆਪ ਜੀ ਦੇ ਚੋਲੇ ਦੇ ਪੱਲੇ ਨੂੰ ਫੜ ਸਕਦੇ ਹਨ ਉਹਨਾਂ ਨੂੰ ਬਾਹਰ ਲੈ ਆਓ। ਗਵਾਲੀਅਰ ਦੇ ਕਿਲੇ ਨੂੰ ਛੱਡਣ ਵੇਲੇ ਗੁਰੂ ਜੀ ਨੇ ਸੁੰਦਰ ਵਸਤਰ ਪਹਿਨ ਲਏ ਤੇ ਤਿਆਰ ਬਰ ਤਿਆਰ ਹੋ ਗਏ। ਗੁਰੂ ਜੀ ਨੇ ਫਿਰ ਰਾਜਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਇੱਕ ਇੱਕ ਰਾਜਾ ਇੱਕ ਇੱਕ ਪੱਲੇ ਨੂੰ ਫੜ ਲਵੇ।
ਗੁਰੂ ਜੀ ਦੇ ਚੋਲੇ ਦੇ 50 ਪੱਲੇ ਸਨ। 50 ਰਾਜਿਆਂ ਨੇ 50 ਪੱਲੇ ਫੜ ਲਏ ਤਾਂ ਪਿੱਛੋਂ 2 ਰਾਜੇ ਰਹਿ ਗਏ। ਉਹਨਾਂ ਨੇ ਅਰਜ਼ ਕੀਤੀ ਕਿ ਗੁਰੂ ਜੀ ਸਾਨੂੰ ਵੀ ਮੁਕਤ ਕਰੋ, ਅਸੀਂ ਸਾਰੀ ਉਮਰ ਜੇਲ੍ਹ 'ਚੋਂ ਬਾਹਰ ਨਹੀਂ ਨਿਕਲ ਸਕਾਂਗੇ। ਫਿਰ ਗੁਰੂ ਜੀ ਨੇ ਉਹਨਾਂ ਨੂੰ ਚੋਲੇ ਦੀਆਂ ਦੋਵੇਂ ਤਣੀਆਂ ਫੜਨ ਲਈ ਕਿਹਾ। ਸਾਰੇ ਲੋਕ ਗੁਰੂ ਜੀ ਅਤੇ ਰਾਜਿਆਂ ਦੀ ਰਿਹਾ ਹੋਣ ਦੀ ਗੱਲ ਸੁਣ ਕੇ ਬੜੀ ਸ਼ਰਧਾ ਨਾਲ ਕਿਲੇ ਦੇ ਮੁੱਖ ਦੁਆਰ 'ਤੇ ਵੇਖਣ ਲਈ ਆ ਖੜੇ ਹੋਏ। ਉਹਨਾਂ ਨੇ ਬੜੀ ਸ਼ਰਧਾ ਨਾਲ ਗੁਰੂ ਜੀ ਨੂੰ ਸੀਸ ਨਿਵਾਇਆ। ਸਾਰੇ ਲੋਕ ਗੁਰੂ ਸਾਹਿਬ ਜੀ ਦੀ ਸਿਫਤ ਸਲਾਹ ਕਰ ਰਹੇ ਸਨ। ਇਸ ਪਰਉਪਕਾਰ ਦਾ ਸਦਕਾ ਗੁਰੂ ਜੀ ਦਾ ਨਾਮ ਬੰਦੀ ਛੋੜ ਪ੍ਰਸਿੱਧ ਹੋ ਗਿਆ। ਕੁਝ ਇਤਿਹਾਸਕਾਰਾਂ ਅਨੁਸਾਰ ਗੁਰੂ ਜੀ ਕਿਲੇ ਵਿੱਚ 2 ਸਾਲ 3 ਮਹੀਨੇ ਰਹੇ। ਉਸ ਉਪਰੰਤ ਗੁਰੂ ਜੀ ਨੂੰ ਵਜ਼ੀਰ ਖਾਂ ਬੜੇ ਸਤਿਕਾਰ ਨਾਲ ਦਿੱਲੀ ਲੈ ਗਿਆ। ਬਾਦਸ਼ਾਹ ਜਹਾਂਗੀਰ ਜੀ ਨੇ ਗੁਰੂ ਜੀ ਤੋਂ ਮਾਫੀ ਮੰਗੀ ਅਤੇ ਯੋਗ ਭੇਟਾ ਦੇ ਕੇ ਸਨਮਾਨ ਕੀਤਾ। 52 ਰਾਜੇ ਜਹਾਂਗੀਰ ਦਾ ਧੰਨਵਾਦ ਕਰਕੇ ਅਤੇ ਆਗਿਆ ਲੈ ਕੇ ਆਪੋ ਆਪਣੇ ਰਾਜਾਂ ਨੂੰ ਚਲੇ ਗਏ। ਉੱਧਰ ਚੰਦੂ ਲਾਲ ਦੀ ਸਚਾਈ ਜਾਣ ਕੇ ਜਹਾਂਗੀਰ ਨੂੰ ਬਹੁਤ ਕ੍ਰੋਧ ਆਇਆ। ਉਸਨੇ ਗੁਰੂ ਜੀ ਨੂੰ ਆਖਿਆ ਕਿ ਇਹ ਤੁਹਾਡਾ ਵੱਡਾ ਗੁਨਾਹੀ ਹੈ, ਜਿਸ ਨੇ ਤੁਹਾਡੇ ਨਿਰਦੋਸ਼ ਪਿਤਾ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਇਸ ਨੂੰ ਤੁਸੀਂ ਫੜ ਲਵੋ ਤੇ ਜਿਵੇਂ ਤੁਹਾਡੀ ਮਰਜ਼ੀ ਇਸ ਨੂੰ ਇਸ ਦੇ ਗੁਨਾਹ ਦੀ ਸਜ਼ਾ ਦਿਓ। ਬਾਦਸ਼ਾਹ ਦਾ ਹੁਕਮ ਸੁਣ ਕੇ ਭਾਈ ਜੇਠਾ ਆਦਿ ਸਿੱਖਾਂ ਨੇ ਚੰਦੂ ਨੂੰ ਫੜ ਕੇ ਉਸ ਦੀਆਂ ਮੁਸ਼ਕਾਂ ਬੰਨ੍ਹ ਕੇ ਆਪਣੇ ਡੇਰੇ ਮਜਨੂ ਟਿੱਲੇ ਲੈ ਆਏ। ਉਸ ਤੋਂ ਬਾਅਦ ਗੁਰੂ ਜੀ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਗਏ ਔਰ ਅੰਮ੍ਰਿਤਸਰ ਤੋਂ ਲਾਹੌਰ ਪਹੁੰਚੇ ਤਾਂ ਲਾਹੌਰ ਦੀਆਂ ਸੰਗਤਾਂ ਗੁਰੂ ਸਾਹਿਬ ਲਈ ਭੇਟਾਵਾਂ ਲੈ ਕੇ ਆਈਆਂ ਤੇ ਗੁਰੂ ਜੀ ਦਾ ਸਵਾਗਤ ਕੀਤਾ। ਸਿਆਣੇ ਸਿੱਖਾਂ ਨੇ ਗੁਰੂ ਜੀ ਅੱਗੇ ਅਰਜ਼ ਕੀਤੀ ਕਿ ਦੋਸ਼ੀ ਚੰਦੂ ਫੜਿਆ ਤਾਂ ਗਿਆ, ਇਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਚੰਦੂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਗਈ ਸੀ। ਚੰਦੂ ਨੂੰ ਲੋਕਾਂ ਵੱਲੋਂ ਬਹੁਤ ਤਸੀਹੇ ਦਿੱਤੇ ਗਏ। ਚੰਦੂ ਨੂੰ ਲਾਹੌਰ ਸ਼ਹਿਰ ਵਿੱਚ ਫੇਰਿਆ ਗਿਆ। ਸਾਰੇ ਨਗਰ ਵਿੱਚ ਲੋਕੀ ਉਸ ਨੂੰ ਫਿਟਕਾਰਾਂ ਪਾਉਂਦੇ, ਉਸ ਨਾਲ ਘਿਰਨਾ ਕਰਦੇ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਫਿਰ ਕੁਦਰਤ ਦਾ ਭਾਣਾ ਐਸਾ ਵਰਤਿਆ, ਉਹ ਉੱਥੇ ਚਲਾ ਗਿਆ ਜਿਸ ਸਥਾਨ ਤੋਂ ਗੁਰੂ ਅਰਜਨ ਦੇਵ ਜੀ ਦੇ ਉੱਪਰ ਪਾਉਣ ਵਾਸਤੇ ਰੇਤ ਮੰਗਵਾਈ ਸੀ, ਜੋ ਗਰਮ ਕਰਕੇ ਗੁਰੂ ਜੀ ਦੇ ਚੰਦੂ ਨੇ ਪਵਾਈ ਸੀ। ਦੁਸ਼ਟ ਚੰਦੂ ਨੂੰ ਵੇਖ ਕੇ ਉਸ ਭੱਠੀ ਵਾਲੇ ਭਠਿਆਰੇ ਦੇ ਮਨ ਵਿੱਚ ਕ੍ਰੋਧ ਛਾ ਗਿਆ। ਉਸ ਦੇ ਹੱਥ ਵਿੱਚ ਗਰਮ ਕੜਛਾ ਸੀ। ਉਸਨੇ ਚੰਦੂ ਵੱਲ ਚਲਾ ਦਿੱਤਾ। ਲੋਹੇ ਦਾ ਭਾਰੀ ਕੜਛਾ ਬਹੁਤ ਗਰਮ ਸੀ, ਜਿਸ ਨੇ ਚੰਦੂ ਦਾ ਪੇਟ ਚੀਰ ਦਿੱਤਾ। ਉਹ ਮੂੰਹੋਂ ਹਾਏ ਪੁਕਾਰਦਾ ਹੋਇਆ ਧਰਤੀ ਤੇ ਡਿੱਗ ਪਿਆ। ਅਖੀਰ ਬਹੁਤ ਦੁੱਖ ਭੋਗਦਿਆਂ ਚੰਦੂ ਦੇ ਪ੍ਰਾਣ ਨਿਕਲ ਗਏ। ਸੋ ਸਾਧ ਸੰਗਤ ਜੀ, ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ।